ਸਾਰੇ ਬਰਨਾਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਫਿਰ ਅਸੀਂ ਇੱਕ ਵਾਰੀ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ। ਜਿਹੜੀ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਸਮੱਸਿਆ ਇਹ ਸਾਰੇ ਜਾਣਦੇ ਹੀ ਹੈ ਕਿਵੇਂ ਵਧ ਰਹੀ ਹੈ, ਕਿਵੇਂ ਇਹਦੀ ਚੀਜ਼ਾਂ ਹੋ ਰਹੀ ਹੈ। ਤੋ ਉਹਦੇ ਬਾਰੇ ਅੱਜ ਫਿਰ ਤੁਹਾਡੇ ਤੋਂ ਅਸੀਂ ਰੂਬਰੂ ਹੋ ਰਹੇ ਹਾਂ। ਤੋ ਇੱਕ ਜਿਹੜਾ ਪਿਛਲੀ ਅਸੀਂ ਲਾਈਵ ਸੈਸ਼ਨ ਵਿੱਚ ਵੀ ਕਿਹਾ ਸੀਗਾ ਕਿ ਤੁਹਾਡਾ ਸਾਨੂੰ ਬਹੁਤ ਸਪੋਰਟ ਮਿਲਿਆ ਹੈ। ਤੋ ਇਹਦੇ ਬਾਰੇ ਮੈਂ ਕਹਿਣਾ ਚਾਹੂੰਗਾ, ਹੁਣ ਸਾਡੀ ਜਿਹੜੀ ਲਾਸਟ ਸੈਸ਼ਨ ਸੀਗਾ ਉਸ ਤੋਂ ਬਾਅਦ ਹੋਰ ਸਾਨੂੰ ਸਪੋਰਟ ਮਿਲਿਆ ਹੈ। ਇਸ ਕਰਕੇ ਜਿਹੜੇ ਸਾਡੇ ਕੇਸਿਸ ਹੈ ਉਹ ਘਟते ਜਾ ਰਹੇ ਧੀਰੇ ਧੀਰੇ। ਸਾਡੀ ਜਿਹੜੀ ਸੈਂਪਲਿੰਗ ਹੈ ਉਹ ਵੱਧਦੀ ਜਾ ਰਹੀ ਹੈ, ਲੋਕਾਂ ਦਾ ਸਪੋਰਟ ਮਿਲ ਰਿਹਾ ਹੈ ਇਸ ਔਰ ਜਿਹੜੇ ਲੋਕ ਜਿਹੜੀ ਝੂਠੀ ਅਫਵਾਹ ਫੈਲਾ ਰਹੇ थे, ਜਿਹੜੇ ਲੋਕਾਂ ਦਾ ਭਲੇਖਾ ਸੀਗਾ ਉਹ ਦੂਰ ਹੋ ਰਿਹਾ ਹੈ। तो ये सारी चीज़ थोड़े सहयोग नाल ही हुई है। तो मैं उम्मीद करूँगा कि जेड़ा अब आने वाला टाइम है और जिमें क्रिटिकल होता जा रहे हैं, कोई कहता है कि असी कम्युनिटी स्प्रेड वाले पेज से जा रहे हैं, कोई कहता है कि कटेगा फिर बढ़ूगा। तो ये सारी गल्लां ध्यान रखते हुए असी सानू एक ध्यान रखना है कि सानू आप दा ध्यान रखना है, सानू साढ़े शहर वासियों का ध्यान रखना है, साढ़े परिवार का ध्यान रखना है। तो ये शुरुआत करते हुए मैं सिविल सर्जन साहब ਨੂੰ रिक्वेस्ट करूँगा कि ये ਤੁਹਾਨੂੰ ਜਿਹੜਾ कोरोना वायरस ਦਾ ਬਰਨਾਲਾ ਸ਼ਹਿਰ ਵਿੱਚ ਸਟੇਟਸ ਹੈ ਉਹਦੇ ਬਾਰੇ ਦੱਸੋ। ਸਾਰੇ ਬਰਨਾਲਾ ਨਿਵਾਸੀਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਕਰੋਨਾ ਦਾ ਪ੍ਰਕੋਪ ਜਿਹੜਾ ਹੈ ਉਹ ਸਾਡੇ ਜ਼ਿਲ੍ਹੇ ਦੇ ਵਿੱਚ ਵੱਧਦਾ ਜਾ ਰਿਹਾ ਹੈ। ਰੋਜ਼ ਸਾਡੇ ਕੋਲ ਨਵੇਂ ਕੇਸ ਆ ਰਹੇ ਹਨ ਤੇ ਜੇ ਅਸੀਂ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ ਤਾਂ ਅੱਜ ਸਾਡੇ ਕੋਲ 1521 ਕੇਸ ਜਿਹੜੇ ਹੈਗੇ ਕਰੋਨਾ ਦੇ ਹੁਣ ਤੱਕ ਰਿਪੋਰਟ ਹੋ ਚੁੱਕੇ ਹਨ। ਲੇਕਿਨ ਇਹਦੇ ਨਾਲ ਹੀ ਦੇਖਣ ਵਾਲੀ ਚੀਜ਼ ਇਹ ਹੈ ਕਿ ਅਸੀਂ 25000 ਤੋਂ ਵੱਧ ਸੈਂਪਲ ਜਿਹੜੇ ਹੈਗੇ ਆ ਉਹ ਟੈਸਟ ਕਰ ਚੁੱਕੇ ਹਾਂ। ਸਾਡੇ ਕੋਲ 23000 ਤੋਂ ਵੱਧ ਜਿਹੜੇ ਮਰੀਜ਼ ਹੈਗੇ ਆ ਉਹ ਠੀਕ ਹੋ ਚੁੱਕੇ ਹਨ। 1099 ਮਰੀਜ਼ 23140 ਜਿਹੜੇ ਹੈਗੇ ਉਹਨਾਂ ਦੇ ਨੈਗੇਟਿਵ ਰਿਜ਼ਲਟ ਆ ਚੁੱਕੇ ਹਨ। 1099 ਮਰੀਜ਼ ਸਾਡੇ ਠੀਕ ਹੋ ਕੇ ਘਰ ਜਾ ਚੁੱਕੇ ਹਨ ਔਰ 388 ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਐਕਟਿਵ ਕੇਸਿਸ। ਲੇਕਿਨ ਇੱਕ ਜਿਹੜੀ ਹੋਰ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਅਸੀਂ ਆਪਣੇ 34 ਬਰਨਾਲਾ ਨਿਵਾਸੀਆਂ ਦੀਆਂ ਜਾਨਾਂ ਜਿਹੜੀਆਂ ਹੈਗੀਆਂ ਉਹ ਕਰੋਨਾ ਦੇ ਕਾਰਨ ਗਵਾ ਚੁੱਕੇ ਹਾਂ। ਹੁਣ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਵਾਸਤੇ ਕੀ ਇੰਡੀਕੇਟ ਕਰਦੀਆਂ? ਨੰਬਰ 1, ਸਾਡਾ ਇਨਫੈਕਸ਼ਨ ਰੇਟ ਜਿਹੜਾ ਹੈਗਾ ਉਹ ਸਟੇਟ ਦੇ ਮੁਕਾਬਲੇ ਕੋਈ ਬਹੁਤ ਜ਼ਿਆਦਾ ਨਹੀਂ ਹੈ। ਇਨਫੈਕਸ਼ਨ ਰੇਟ ਠੀਕ ਹੈ। ਡੈਥਸ ਜਿਹੜੀਆਂ ਹੋ ਰਹੀਆਂ ਕੇਸਾਂ ਦੇ ਮੁਕਾਬਲੇ ਉਹ ਵੀ ਸਟੇਟ ਪੱਧਰ ਦੇ ਹਿਸਾਬ ਨਾਲ ਘੱਟ ਹੈ। ਲੇਕਿਨ ਜੇ ਅਸੀਂ ਬਰਨਾਲਾ ਸ਼ਹਿਰ ਜਾਂ ਬਰਨਾਲਾ ਜ਼ਿਲ੍ਹੇ ਦੀ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਡੈਥਸ ਜਿਹੜੀਆਂ ਹੈਗੀਆਂ ਇਹ ਕਾਫੀ ਜ਼ਿਆਦਾ ਹੋ ਰਹੀਆਂ। ਇਹਦੇ ਸਾਡਾ ਕੰਸਰਨ ਕੀ ਹੈ? ਜ਼ਿਆਦਾਤਰ ਡੈਥਸ ਜਿਹੜੀਆਂ ਹੋਈਆਂ ਇਹ ਉਹ ਮਰੀਜ਼ ਹੈ ਜਿਹੜੇ ਕਿ ਸਾਡੇ ਕੋਲ ਨਾ ਤਾਂ ਰਿਪੋਰਟ ਹੋਏ, ਇਹ ਮਰੀਜ਼ ਆਪਣੇ ਘਰ ਪਏ ਰਹੇ, ਮੇਬੀ ਬੜੀ ਲੇਟ ਸਟੇਜ ਤੇ ਜਾ ਕੇ ਇਹ ਕਿਸੇ ਨਾ ਕਿਸੇ ਪ੍ਰਾਈਵੇਟ ਹਸਪੀਟਲ ਜਾ ਕੇ ਭਰਤੀ ਹੋਏ ਔਰ ਇੰਨਾ ਕੁ ਲੇਟ ਜਾ ਕੇ ਭਰਤੀ ਹੋਏ ਕਿ ਉਹ ਉੱਥੇ ਕੋਈ ਵੀ ਹਸਪੀਟਲ ਜਿਹੜਾ ਹੈਗਾ ਉਹ ਉਹਨਾਂ ਦੀ ਜਾਨ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸੋ ਇਹਨੂੰ ਮੁੱਖ ਰੱਖਦੇ ਹੋਏ ਮੇਰੀ ਬਰਨਾਲਾ ਨਿਵਾਸੀਆਂ ਨੂੰ ਇੱਕ ਬੇਨਤੀ ਹੈ ਕਿ ਕੋਈ ਵੀ ਬੁਖਾਰ, ਕੋਈ ਵੀ ਹਲਕਾ ਖਾਂਸੀ ਜ਼ੁਕਾਮ ਜੇ ਕਿਸੇ ਨੂੰ ਵੀ ਹੁੰਦਾ ਤਾਂ ਕਿਰਪਾ ਕਰਕੇ ਆਪਣੇ ਘਰ ਨਾ ਬੈਠ ਕੇ ਇਮੀਡੀਏਟਲੀ ਆਪਣਾ ਟੈਸਟ ਕਰਵਾਓ। ਟੈਸਟ ਕਰਵਾਉਣ ਦਾ ਫਾਇਦਾ ਇਹ ਹੋਏਗਾ ਕਿ ਜੇ ਤੁਹਾਡੇ ਵਿੱਚ ਕਰੋਨਾ ਦੀ ਬਿਮਾਰੀ ਦੇ ਵਿਸ਼ਾਣੂ ਪਾਏ ਜਾਂਦੇ ਆ ਤਾਂ ਅਸੀਂ ਉਸ ਨੂੰ ਮੁੱਢਲੀ ਸਟੇਜ ਤੇ ਹੀ ਕਾਬੂ ਕਰ ਸਕਦੇ ਹਾਂ। ਆਪਾਂ ਟ੍ਰੀਟਮੈਂਟ ਜਿਹੜਾ ਹੈਗਾ ਚਾਹੇ ਉਹ ਸਿੰਪਟੋਮੈਟਿਕ ਟ੍ਰੀਟਮੈਂਟ ਹੀ ਹੈ ਆਪਾਂ ਸ਼ੁਰੂ ਕਰ ਸਕਦੇ ਹਾਂ ਔਰ ਉਹ ਟ੍ਰੀਟਮੈਂਟ ਸ਼ੁਰੂ ਕਰਨ ਦੇ ਨਾਲ ਫਾਇਦਾ ਸਾਨੂੰ ਇਹ ਹੋ ਰਿਹਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 1521 ਦੇ ਵਿੱਚੋਂ ਸਾਡੇ 1100 ਮਰੀਜ਼ ਜਿਹੜੇ ਹੈਗੇ ਆ ਉਹ ਬਿਲਕੁਲ ਠੀਕ ਠਾਕ ਹੋ ਕੇ ਘਰ ਜਾ ਚੁੱਕੇ ਆ। ਸੋ ਇਹ ਜਿਹੜਾ ਹੈਗਾ ਇਹ ਬਹੁਤ ਵਧੀਆ ਸਾਡਾ ਜਿਹੜਾ ਹੈਗਾ ਉਹ ਸਿਸਟਮ ਚੱਲ ਰਿਹਾ ਹੈ। ਅੱਜ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਹਸਪੀਟਲ ਵੀ ਲੈ ਕੇ ਨਹੀਂ ਜਾਂਦੇ ਕਿਸੇ ਨੂੰ। ਅਸੀਂ ਇਹੀ ਕਹਿੰਦੇ ਹਾਂ ਕਿ ਜਿਹੜਾ ਬੰਦਾ ਠੀਕ ਹੈ, ਜਿਸ ਬੰਦੇ ਦੇ ਵਿੱਚ ਕੁਝ ਕੰਡੀਸ਼ਨਾਂ ਪੂਰੀਆਂ ਕਰ ਰਿਹਾ ਉਹਨੂੰ ਅਸੀਂ ਹੋਮ ਆਈਸੋਲੇਟ ਕਰ ਰਹੇ ਹਾਂ। ਔਰ ਹੋਮ ਆਈਸੋਲੇਸ਼ਨ ਦਾ ਫਾਇਦਾ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਮਾਹੌਲ ਵਿੱਚ ਰਹਿ ਕੇ ਪਰ ਆਪਣੇ ਘਰਦਿਆਂ ਤੋਂ ਥੋੜ੍ਹਾ ਜਿਹਾ ਅਲੱਗ ਹੋ ਕੇ ਰਹਿ ਕੇ ਵੀ ਆਪਣਾ ਇਲਾਜ ਜਿਹੜਾ ਹੈਗਾ ਉਹ ਕਰ ਸਕਦੇ ਹੋ ਔਰ ਆਪਣੇ ਆਪ ਨੂੰ ਮੋਨੀਟਰ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਬੜਾ ਇੰਪੋਰਟੈਂਟ ਕੰਮ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਜਿਹੜੇ ਪੋਜ਼ਿਟਿਵ ਮਰੀਜ਼ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਆਈਸੋਲੇਟ ਹੋਏ ਹੋਏ ਹੈ ਉਹਨਾਂ ਨੂੰ ਸਾਡੀ ਜਿਹੜੀ ਮੈਡੀਕਲ ਹੈਲਪਲਾਈਨ 104 ਹੈਗੀ ਹੈ ਉੱਥੋਂ ਫੋਨ ਕਰਕੇ ਉਹਨਾਂ ਦੀ ਹਾਲਤ ਜਿਹੜੀ ਹੈਗੀ ਹੈ ਉਹ ਪੁੱਛੀ ਜਾਂਦੀ ਹੈ। ਲੇਕਿਨ ਬੜੇ ਅਫਸੋਸ ਦੀ ਗੱਲ ਹੈ
ਕਿ ਬਹੁਤ ਸਾਰੇ ਲੋਕ ਜਦੋਂ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਦੇਖਦੇ ਆ ਤਾਂ ਉਹ ਫੋਨ ਚੁੱਕਦੇ ਹੀ ਨਹੀਂ ਹੈਗੇ। ਮੈਂ ਇਹ 2 ਫੋਨ ਨੰਬਰ ਜਿਹੜੇ ਹੈਗੇ ਆ ਮੈਂ ਉਹ ਆਪਣੇ ਬਰਨਾਲਾ ਨਿਵਾਸੀਆਂ ਦੀ ਜਾਣਕਾਰੀ ਵਾਸਤੇ ਦੱਸ ਰਿਹਾ ਕਿ ਇਹਨਾਂ ਨੰਬਰਾਂ ਤੋਂ ਜੇ ਕਾਲ ਕਿਸੇ ਪੋਜ਼ਿਟਿਵ ਮਰੀਜ਼ ਨੂੰ ਆਉਂਦੀ ਹੈ ਤਾਂ ਪਲੀਜ਼ ਉਸ ਕਾਲ ਨੂੰ ਕੱਟੋ ਨਾ, ਉਸ ਕਾਲ ਨੂੰ ਸੁਣੋ, ਕਿਉਂਕਿ ਉਹ ਤੁਹਾਡੇ ਭਲੇ ਦੀਆਂ ਗੱਲਾਂ, ਤੁਹਾਡੀ ਹਾਲਤ ਬਾਰੇ ਪੁੱਛਗਿੱਛ ਕਰਦੇ ਆ ਔਰ ਤੁਹਾਡੇ ਫਾਇਦੇ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਦੇ ਬਾਰੇ ਤੁਹਾਨੂੰ ਦੱਸਦੇ ਆ। ਸੋ ਇਹ 2 ਨੰਬਰ ਜਿਹੜੇ ਹੈਗੇ ਆ, ਇੱਕ ਤਾਂ ਮੋਬਾਈਲ ਨੰਬਰ ਹੈ 90419 01590 ਔਰ ਦੂਸਰਾ ਨੰਬਰ ਹੈਗਾ ਲੈਂਡਲਾਈਨ ਨੰਬਰ ਹੈ 0172 ਚੰਡੀਗੜ੍ਹ ਦਾ ਨੰਬਰ ਹੈ 407 1400। ਸੋ ਇਹ 2 ਨੰਬਰਾਂ ਤੋਂ ਜੇ ਕਿਸੇ ਪੋਜ਼ਿਟਿਵ ਮਰੀਜ਼ ਨੂੰ ਕਾਲ ਆਉਂਦੀ ਹੈ ਤਾਂ ਉਹ ਇਮੀਡੀਏਟਲੀ ਉਹਨੂੰ ਕਾਲ ਨੂੰ ਪਿਕ ਕਰੋ ਔਰ ਉਹਨਾਂ ਨਾਲ ਗੱਲਬਾਤ ਕਰੋ। ਉਹਦੇ ਨਾਲ ਤੁਹਾਡਾ ਹੀ ਫਾਇਦਾ ਹੈ, ਉਹ 'ਚ ਨੁਕਸਾਨ ਕਿਸੇ ਦਾ ਕੋਈ ਨਹੀਂ ਹੈਗਾ। ਇਸ ਤੋਂ ਇਲਾਵਾ ਜਿਹੜੇ ਸਾਡੇ ਡੈਥਸ ਹੋ ਰਹੀਆਂ, ਮੈਂ ਇਹਦੇ ਤੇ ਜ਼ਿਆਦਾ ਜ਼ੋਰ ਦੇਣ ਦੀ ਮੈਂ ਜ਼ਿਆਦਾ ਜ਼ੋਰ ਦਊਂਗਾ ਕਿ ਮਿਹਰਬਾਨੀ ਕਰਕੇ ਕਿਸੇ ਵੀ ਮਰੀਜ਼ ਨੂੰ, ਕਿਸੇ ਵੀ ਬਰਨਾਲਾ ਨਿਵਾਸੀ ਨੂੰ ਜਦੋਂ ਵੀ ਕੋਈ ਬੁਖਾਰ ਜਾਂ ਖਾਂਸੀ ਜ਼ੁਕਾਮ ਦੀ ਤਕਲੀਫ ਹੋਵੇ ਤਾਂ ਉਹ ਇਮੀਡੀਏਟਲੀ ਹਸਪੀਟਲ ਆ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ, ਕਿਉਂਕਿ ਜਿੰਨੀ ਜਲਦੀ ਅਸੀਂ ਬਿਮਾਰੀ ਨੂੰ ਲੱਭਾਂਗੇ ਉਨੀ ਜਲਦੀ ਹੀ ਅਸੀਂ ਉਸ ਨੂੰ ਟ੍ਰੀਟ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ ਔਰ ਜਿਹੜੀਆਂ ਕੰਪਲਿਕੇਸ਼ਨਸ ਹੁੰਦੀਆਂ ਅਸੀਂ ਉਹਨਾਂ ਤੋਂ ਬਚਾਅ ਕਰਨ ਦਾ ਵੀ ਹੀਲਾ ਕਰ ਸਕਦੇ ਹਾਂ। ਲੇਕਿਨ ਜੇ ਉਹੀ ਮਰੀਜ਼ ਜਿਹੜਾ ਹੈਗਾ ਉਹ ਲੇਟ ਸਟੇਜ ਤੇ ਹਸਪੀਟਲ ਪਹੁੰਚੇਗਾ ਤਾਂ ਡੈਫੀਨੇਟਲੀ ਉਹਦਾ ਟ੍ਰੀਟਮੈਂਟ, ਉਹਨੂੰ ਜਾਨ ਬਚਾਉਣ ਦੇ ਵਿੱਚ ਉਹ ਕਾਮਯਾਬੀ ਜਿਹੜੀ ਹੈਗੀ ਆ ਉਹ ਹਰ ਵਾਰੀ ਨਹੀਂ ਮਿਲਦੀ ਹੈਗੀ। ਬਹੁਤ ਸਾਰੇ ਸਵਾਲ ਜਿਹੜੇ ਹੈਗੇ ਆ ਸਾਡੇ ਫੇਸਬੁੱਕ ਤੇ ਬਰਨਾਲਾ ਨਿਵਾਸੀਆਂ ਨੇ ਪੁੱਛੇ ਆ। ਪਹਿਲਾ ਸਵਾਲ ਜਿਹੜਾ ਹੈਗਾ ਉਹ ਰਾਜਦ ਅਲੀ ਜੀ ਦਾ ਕਿ ਸਰਦੀਆਂ ਦਾ ਮੌਸਮ ਆ ਰਿਹਾ ਹੈ ਜਿਹਦੇ ਵਿੱਚ ਕਿ ਠੰਡ ਲੱਗਣਾ ਤੇ ਫਲੂ ਜਿਹੜੀ ਹੈਗਾ ਉਹ ਬੜਾ ਕਾਮਨ ਹੈ, ਤੇ ਕੀ ਇਹਦੇ ਨਾਲ ਕੋਵਿਡ ਦੇ ਮਰੀਜ਼ਾਂ ਨੂੰ ਲੱਭਣਾ ਜਿਹੜਾ ਹੈਗਾ ਜ਼ਿਆਦਾ ਮੁਸ਼ਕਲ ਹੋ ਜਾਏਗਾ? ਬਿਲਕੁਲ ਨਹੀਂ। ਮੈਂ ਪਹਿਲੇ ਹੀ ਆਪਣੇ ਗੱਲ ਕਰਨ ਲਈ ਕਹਿ ਚੁੱਕਿਆ ਕਿ ਜਦੋਂ ਵੀ ਤੁਹਾਨੂੰ ਹਲਕਾ ਜਿਹਾ ਵੀ ਬੁਖਾਰ ਜਾਂ ਫਲੂ ਵਰਗੇ ਸਿੰਪਟਮਸ ਲੱਗਣ ਤਾਂ ਇਮੀਡੀਏਟਲੀ ਆ ਕੇ ਆਪਣਾ ਟੈਸਟ ਜ਼ਰੂਰ ਕਰਵਾਓ। ਰੈਪਿਡ ਐਂਟੀਜਨ ਟੈਸਟ ਜਿਹੜਾ ਹੈਗਾ ਉਹ ਇਮੀਡੀਏਟਲੀ ਹੋ ਜਾਏਗਾ, 15-20 ਮਿੰਟ ਦੇ ਵਿੱਚ ਉਹਦੀ ਰਿਪੋਰਟ ਮਿਲ ਜਾਂਦੀ ਹੈ ਔਰ ਉਹਦਾ ਫਾਇਦਾ ਇਹ ਰਹੇਗਾ ਕਿ ਅਸੀਂ ਆਪਣਾ ਇਨਸ਼ੋਰ ਕਰ ਲਾਂਗੇ ਕਿ ਜੇ ਬੰਦੇ ਦੇ ਵਿੱਚ ਕੋਵਿਡ ਦੇ ਜੀਵਾਣੂ ਹੋਣਗੇ ਤਾਂ ਉਹਦੇ ਹਿਸਾਬ ਨਾਲ ਟ੍ਰੀਟਮੈਂਟ ਸ਼ੁਰੂ ਹੋ ਜਾਏਗਾ, ਜੇ ਕੋਵਿਡ ਦੇ ਜੀਵਾਣੂ ਨਹੀਂ ਹੋਣਗੇ ਤਾਂ ਅਸੀਂ ਉਹਦੇ ਦੂਜੇ ਤਰੀਕੇ ਨਾਲ ਜੋ ਟ੍ਰੀਟਮੈਂਟ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ। ਰੈਪਿਡ ਐਂਟੀਜਨ ਟੈਸਟ ਜਿਹੜਾ ਹੈ ਇਹ ਤਕਰੀਬਨ 70 ਤੋਂ 75% ਜਿਹੜਾ ਹੈਗਾ ਇਹ ਰਿਲਾਇਬਲ ਹੈ। ਇਹਦੇ ਵਿੱਚ ਜਿਹੜਾ ਪੋਜ਼ਿਟਿਵ ਟੈਸਟ ਜੇ ਆ ਜਾਂਦਾ ਹੈ ਤਾਂ ਉਹ 100% ਰਿਲਾਇਬਲ ਹੈ, ਲੇਕਿਨ ਜੇ ਕਿਸੇ ਸਿੰਪਟੋਮੈਟਿਕ ਮਰੀਜ਼ ਦੇ ਵਿੱਚ ਇਹ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਡੈਫੀਨੇਟਲੀ ਅਸੀਂ ਉਸ ਮਰੀਜ਼ ਦੇ ਵਿੱਚ RT-PCR ਕਰਨ ਦੀ ਸਲਾਹ ਦਿੰਦੇ ਹਾਂ। ਦੂਸਰਾ ਕੁਐਸਚਨ ਹੈਗਾ ਕਿ ਧਨੌਲਾ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਪ੍ਰਿੰਟਡ ਰਿਪੋਰਟਾਂ ਮਿਲਣ ਦੀ ਪ੍ਰੋਬਲਮ ਆ ਰਹੀ ਹੈ। ਇਸ ਚੀਜ਼ ਨੂੰ ਅਸੀਂ ਦੇਖ ਲਾਂਗੇ, ਤਾਂ ਉੱਥੇ ਜਿਹੜੇ ਸਾਡੇ ਕੰਪਿਊਟਰ ਆਪਰੇਟਰ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਪਰ ਦੱਸ ਦਾਂਗੇ ਕਿ ਰਿਪੋਰਟ ਕਿੱਥੋਂ ਕੱਢ ਕੇ ਦੇਣੀ ਹੈ। ਇਹ ਕੱਲ੍ਹ ਤੋਂ ਹੀ ਇਹਦੀ ਪ੍ਰੋਬਲਮ ਜਿਹੜੀ ਹੈਗੀ ਆ ਇਹ ਕੱਲ੍ਹ ਤੋਂ ਸੋਲਵ ਹੋ ਜਾਏਗੀ। ਵਿਸ਼ਾਲ ਗੋਇਲ ਜੀ ਨੇ ਕਿਹਾ ਕਿ ਇੱਕ ਗਾਈਡਲਾਈਨ ਹੈ ਕਿ ਜੇ ਤੁਸੀਂ ਕਿਸੇ ਪੋਜ਼ਿਟਿਵ ਕੇਸ ਦੇ ਕੰਟੈਕਟ ਵਿੱਚ ਆਏ ਹੋ ਤਾਂ ਆਪਣਾ ਟੈਸਟ ਕਰਵਾਓ, ਤੇ ਸਾਨੂੰ ਪਤਾ ਕਿਵੇਂ ਲੱਗੇਗਾ ਕਿ ਕੋਈ ਮਰੀਜ਼ ਜਿਹੜਾ ਹੈਗਾ ਉਹ ਪੋਜ਼ਿਟਿਵ ਹੈ। ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਪੋਜ਼ਿਟਿਵ ਮਰੀਜ਼ ਦਾ ਪਤਾ ਕਿਵੇਂ ਲੱਗੇਗਾ। ਆਪਾਂ ਨੂੰ ਇਹ ਜ਼ਰੂਰੀ ਨਹੀਂ ਹੈਗਾ ਕਿ ਸਾਡੇ ਕੋਲ ਕਨਫਰਮਡ ਰਿਪੋਰਟ ਹੀ ਹੋਵੇ। ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਕੰਟੈਕਟ ਵਿੱਚ ਆਏ ਹੋ ਜਿਸ ਨੂੰ ਕਿ ਹਲਕਾ ਜਿਹਾ ਬੁਖਾਰ ਜਾਂ ਖਾਂਸੀ ਜ਼ੁਕਾਮ ਸੀ ਤਾਂ ਡੈਫੀਨੇਟਲੀ ਤੁਸੀਂ ਆਪਣਾ ਟੈਸਟ ਜਿਹੜਾ ਹੈਗਾ ਉਹ 5 ਦਿਨਾਂ ਬਾਅਦ ਜ਼ਰੂਰ ਕਰਵਾਓ, ਕਿਉਂਕਿ ਇਮੀਡੀਏਟਲੀ ਟੈਸਟ ਕਰਵਾਉਣ ਦਾ ਫਾਇਦਾ ਸ਼ਾਇਦ ਨਾ ਹੋਵੇ, ਲੇਕਿਨ 5 ਦਿਨ ਦਾ ਜਿਹੜਾ ਇਨਕਿਊਬੇਸ਼ਨ ਪੀਰੀਅਡ ਜਿਹੜਾ ਹੈ ਉਸ ਤੋਂ ਬਾਅਦ ਹੀ ਟੈਸਟ ਕਰਵਾਓਗੇ। ਜੇ ਉਸ ਵਿਅਕਤੀ ਨੂੰ ਕੋਵਿਡ ਹੋਏਗਾ ਤਾਂ ਔਰ ਜੋ ਬਿਮਾਰੀ ਜਿਹੜੀ ਹੈਗੀ ਜੇ ਤੁਹਾਡੇ ਨਾਲ ਟ੍ਰਾਂਸਮਿਟ ਹੋਈ ਹੈ ਔਰ ਤੁਹਾਡੇ ਕੋਈ ਸਿੰਪਟਮਸ ਆਉਂਦੇ ਆ ਤਾਂ ਡੈਫੀਨੇਟਲੀ ਉਹਦਾ ਤੁਹਾਨੂੰ ਫਾਇਦਾ ਹੋਏਗਾ ਟੈਸਟ ਕਰਵਾਉਣ ਦਾ। ਔਰ ਇਹ ਟੈਸਟ ਜਿਹੜਾ ਹੈ ਇਹ ਵੈਸੇ ਵੀ ਅਸੀਂ ਵਾਕ-ਇਨ ਫੈਸਿਲਿਟੀ ਜਿਹੜੀ ਹੈਗੀ ਆ ਉਹ ਸ਼ੁਰੂ ਕਰਤੀ ਹੈ। ਸੋ ਕਿਸੇ ਵੀ ਹਸਪੀਟਲ ਦੇ ਵਿੱਚ ਜਾ ਕੇ ਤੁਸੀਂ ਆਪਣਾ ਕਦੇ ਵੀ ਟੈਸਟ ਕਰਵਾ ਸਕਦੇ ਹੋ ਕਿ ਕਿਤੇ ਮੈਨੂੰ ਇਹ ਬਿਮਾਰੀ ਦੇ ਵਿਸ਼ਾਣੂ ਮੇਰੀ ਬੋਡੀ ਦੇ ਵਿੱਚ ਐਂਟਰ ਤਾਂ ਨਹੀਂ ਕਰਕੇ, ਔਰ ਜੇ ਹੈ ਤਾਂ ਇਮੀਡੀਏਟਲੀ ਤੁਹਾਡਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਅਸੀਂ ਹੋਮ ਬੇਸਡ ਟ੍ਰੀਟਮੈਂਟ ਹੀ ਸ਼ੁਰੂ ਕਰ ਦੇਵਾਂਗੇ। ਉਹਦੇ ਵਿੱਚ ਕੋਈ ਇਹੋ ਜਿਹੀ ਪ੍ਰੋਬਲਮ ਵਾਲੀ ਗੱਲ ਨਹੀਂ ਹੈ।
ਇੱਕ ਪ੍ਰਸ਼ਨ ਇਹ ਵੀ ਆਇਆ ਕਿ ਸਰਕਾਰੀ ਹਸਪਤਾਲਾਂ ਵਿੱਚ ਕਰੋਨਾ ਦਾ ਡਰ ਦੂਰ ਕਰਨ ਲਈ ਕੀ ਕੀਤਾ ਜਾਵੇ। ਦੇਖੋ, ਹਸਪਤਾਲਾਂ ਦੇ ਵਿੱਚ ਕਰੋਨਾ ਦਾ ਡਰ ਜਿਹੜਾ ਹੈਗਾ, ਥੋੜਾ ਜਿਹਾ ਮੈਨੂੰ ਇਹਦੀ ਕੁਐਸਚਨ ਬੜਾ ਕਲੀਅਰ ਨਹੀਂ ਹੋ ਰਿਹਾ ਕਿ ਇਹਦੇ ਵਿੱਚ ਕੀ ਪੁੱਛਣਾ ਚਾਹੁੰਦੇ ਆ। ਲੇਕਿਨ ਹਸਪੀਟਲਸ ਦੇ ਵਿੱਚ ਜਿਹੜੇ ਮਰੀਜ਼ ਆ ਰਹੇ ਆ, ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਗਾਈਡਲਾਈਨ ਦੇ ਮੁਤਾਬਕ ਕਰ ਰਹੇ ਹਾਂ। ਹਸਪਤਾਲ ਦੇ ਵਿੱਚ ਜੇ ਆਪਾਂ ਭੀੜ ਭੜੱਕੇ ਦੀ ਗੱਲ ਕਰ ਰਹੇ ਹਾਂ ਤਾਂ ਸਾਡੇ ਵੱਲੋਂ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਅਸੀਂ ਮਰੀਜ਼ਾਂ ਨੂੰ ਜਿੰਨੀ ਵੱਧ ਤੋਂ ਵੱਧ ਸੋਸ਼ਲ ਡਿਸਟੈਂਸਿੰਗ ਜਿਹੜੀ ਹੈਗੀ ਹੈ ਉਹ ਉਹਨਾਂ ਕੋਲ ਕਰਵਾਈਏ, ਤਾਂ ਜੋ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਨੂੰ ਇਹ ਬਿਮਾਰੀ ਜਿਹੜੀ ਹੈਗੀ ਹੈ ਉਹ ਨਾ ਹੋ ਸਕੇ। ਇੱਕ ਅਖੀਰੀ ਸਵਾਲ ਜਿਹੜਾ ਹੋਰ ਹੈਗਾ, ਦੀਪ ਸਿੱਧੂ ਜੀ ਦਾ ਸਵਾਲ ਹੈ ਕਿ ਕੀ ਕੋਵਾ ਐਪ ਲਗਾਤਾਰ ਅਪਡੇਟ ਕੀਤੀ ਜਾ ਰਹੀ ਹੈ। ਸੋ ਇਹ ਕੋਵਾ ਐਪ ਜਿਹੜੀ ਹੈਗੀ ਹੈ ਇਹ ਸਟੇਟ ਲੈਵਲ ਤੋਂ ਰੈਗੂਲਰਲੀ ਬਿਲਕੁਲ ਰੀਅਲ ਟਾਈਮ ਡੇਟਾ ਜਿਹੜਾ ਹੈਗਾ ਉਹ ਇਹਦੇ 'ਤੇ ਆ ਰਿਹਾ। ਇਸ ਤੋਂ ਇਲਾਵਾ ਜਿਹੜੇ ਦੂਸਰੇ ਪ੍ਰਸ਼ਨ ਜਿਹੜੇ ਹੈਗੇ ਆ ਉਹਦੇ ਵਾਸਤੇ ਮੈਂ ADC ਸਾਹਿਬ ਨੂੰ ਕਹੂੰਗਾ ਕਿ ਉਹ ਬਾਕੀ ਪ੍ਰਸ਼ਨਾਂ ਦੇ ਜਵਾਬ ਜਿਹੜੇ ਹੈਗੇ ਆ ਉਹ ਦੇਣਗੇ। ਥੈਂਕ ਯੂ ਡਾਕਟਰ ਸਾਹਿਬ। ਅੱਛਾ, ਹੁਣ ਜਿਹੜੇ ਸਵਾਲ ਸੀਗੇ ਉਹਦਾ ਮੈਂ ਜਵਾਬ ਦਿੱਤਾ, ਜਿਹੜਾ ਲਾਸਟ ਲਾਈਵ ਸੈਸ਼ਨ में ਪੁੱਛਿਆ ਸੀਗਾ ਲੋਕਾਂ ਨੇ। ਇੱਕ ਸਵਾਲ ਸੀਗਾ ਹਰਬੰਸ ਸਿੰਘ ਜੀ ਦਾ, ਉਹ ਪੁੱਛਦੇ ਹੈ ਕਿ ਕੀ ਪਿੰਡਾਂ ਵਿੱਚ ਟਿਊਸ਼ਨਾਂ ਪੜ੍ਹਾਈ ਜਾ ਸਕਦੀ ਹੈ। ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਹੁਣੇ ਸਰਕਾਰ ਵੱਲੋਂ ਕੋਈ ਕਲਾਸ ਲੈਣ ਦੀ ਕੋਈ ਟਿਊਸ਼ਨ ਜਾਂ ਕੋਚਿੰਗ ਇੰਸਟੀਚਿਊਟ ਦੀ ਪ੍ਰਵਾਨਗੀ ਨਹੀਂ ਹੈ। ਤੋ ਇਸ ਕਰਕੇ ਤੁਸੀਂ ਇਹ ਕਾਈਂਡਲੀ ਨਾ ਕਰੋ, ਤੁਸੀਂ ਆਪ ਨੂੰ ਵੀ ਖਤਰੇ ਵਿੱਚ ਪਾ ਰਹੇ ਹੋ ਔਰ ਜਿਹੜੇ ਬੱਚੇ ਉਹਨਾਂ ਦਾ ਵੀ ਖਤਰਾ ਚ ਡਾਲ ਰਹੇ ਹੋ। तो इस करके वो तुसी क्लास नहीं लो और क्लास लैंड की प्रवानगी नहीं देती है। तो ये तुसी काइंडली ध्यान रखना, ये सारे तो लागू कोई भी कोचिंग इंस्टीट्यूट कोई भी क्लास लैंड की प्रवानगी नहीं देती गई। एक राजीव महाजन जी ने पूछा है कि ये जेड़े कोल एक इन्हां दा सवाल है कि कहते हैं कि हुणे भी लोग जागरूक नहीं हुए हैं, वो मास्क पा के नहीं घूम रहे और कोरोना वायरस की जेड़ा गाइडलाइंस है उन्हां दा ध्यान नहीं रख रहे। ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਸੀਂ ਹਰ ਵਾਰੀ ਬੇਨਤੀ ਕਰਦੇ ਆਏ ਔਰ ਮੈਨੂੰ ਲੱਗਦਾ ਇਹ ਸਾਡਾ ਛਠਾ ਜਾਂ 7ਵਾਂ ਸੈਸ਼ਨ ਹੋਗਾ ਕਿ ਇਸ ਦੇ ਵਿੱਚ ਵੀ ਅਸੀਂ ਬੇਨਤੀ करते रहे, बार-बार बेनती करते रहे, न्यूज़पेपर में भी देते रहे, मीडिया के थ्रू भी बेनती करते रहे कि ये काइंडली ਤੁਸੀਂ मास्क पा के रहो, क्योंकि ये ਜਿਹੜੀ ਚੀਜ਼ ਹੈ ਇਹ ਸਿਰਫ ਆਪ ਨੂੰ ਆਪ करने वाली है। ਇਹਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਕੋਈ ਪੁਲਿਸ ਤੁਹਾਨੂੰ ਆ ਕੇ ਨਹੀਂ ਕਹੋ ਕਿ ਮਾਸਕ ਪਾਓ, ਇਹ ਤੁਹਾਡੀ ਆਪ ਦੀ ਸੇਫਟੀ ਹੈ। ਤਾਂ ਪਲੀਜ਼ ਤੁਸੀਂ ਇਸ ਕਰਕੇ ਆਧੇ ਲੈਵਲ 'ਤੇ ਮਾਸਕ ਪਾਓ। ਔਰ ਜਿਨ੍ਹਾਂ ਨੇ ਸਵਾਲ ਪੁੱਛਿਆ ਮੇਰੀ ਉਹਨਾਂ ਤੋਂ ਵੀ ਬੇਨਤੀ ਹੈ ਕਿ ਤੁਸੀਂ ਜੇਕਰ ਤੁਸੀਂ ਕਿਸੇ ਨੂੰ ਦੇਖਦੇ ਹੋ ਮਾਸਕ ਨਹੀਂ ਪਾ ਰੱਖਾ, ਤੁਸੀਂ ਉਹਨਾਂ ਨੂੰ ਟੋਕੋ ਕਿ ਵੀ ਤੁਸੀਂ ਮਾਸਕ ਕਿਉਂ ਨਹੀਂ ਪਾਇਆ, क्योंकि वो थोनों भी खतरे में पा रहे हैं। तो काइंडली ये ध्यान रखो, कोई भी किसी को देखता है विदाउट मास्क तो उन्होंने बोलो कि भाई मास्क पाओ, मास्क के बिना क्यों घूम रहे हो, इनू हैबिट बना लो तुसी। फिर एक सवाल रवि कुमार जी का कहना है कि ये जी करियाना दुकान है असेंशियल कमोडिटीज में नहीं आती, और दुकान पे और भी सामान मिलते हैं तो लोग की करते हैं बाकी सामान परचेज कर लेते हैं, इन्हों का नुकसान होता है। देखो जी, जेड़ा सरकार का मंतव सीगा असेंशियल कमोडिटी चालू करने का ये सीगा कि जेड़े लोग है या जिन्हों की छोटी दुकान है वो खज्जल खुआर ना हो, या जिन्हों की छोटी दुकान है उन्होंने नुकसान होगा। साडा पर्पज यही सीगा, जेकर कुछ लोग अजिहा कर रहे हैं तो जेड़ा और भी सामान रखे तुसी सानू दस दो, असी वो देख लेंगे की कार्रवाई बनती होगा। और इस तो अलावा मैं कुछ और सवाल ਇਹ ਜਿਹੜੇ ਸਵਾਲ ਸੀਗੇ, ਜਿਹੜੇ ਸਵਾਲ ਲਾਸਟ ਟਾਈਮ ਪੁੱਛੀ ਨਾ ਉਹਨਾਂ ਦਾ ਜਵਾਬ ਮੈਂ ਦੇ ਚੁੱਕਾ। ਉਸ ਤੋਂ ਇਲਾਵਾ ਕੁਝ ਮੈਂ ਜਨਰਲ ਗੱਲਾਂ ਥੋੜਾ ਜਿਹਾ ਕਰਨਾ ਚਾਹੂँगा। ਇਹਦੇ ਬਾਰੇ ਤੁਸੀਂ ध्यान रखो। जब ऐसी गलबात करते हैं तो कई किसान कहते हैं कि किसान भरावा कहते हैं, किसान वाले कहते हैं कि जब साडा टेस्ट होगा जेकर असी पॉजिटिव आ गए तो सानू चुक लेंगे और सरकारी फैसिलिटी में दाखिल कर लेंगे। साडा इदा कोई मंतव नहीं है, असी नहीं चाहते किसी को चुक के नहीं लाना। जेकर तुसी पॉजिटिव आते हो, थोड़े सिम्पटम्स नहीं है, माइल्ड सिम्पटम्स है, तुसी आपदे घरे रहो, सानू कोई इंटरेस्ट नहीं है थोनू इत्थे लेके आने का। ये तुसी ध्यान रखो, ये तुसी आप भी सेहत का ध्यान रखो। जेकर थोनू लगता है कोई थोनू सिम्पटम्स आ रहे हैं, थोड़ी कंडीशन खराब हो रही है तो तुसी सानू कॉल करो, असी साडी टीम भेज के थोनू उधर करेंगे। नहीं तो साडी टीम जाती किसी को असी फैसिलिटी नहीं लेके आते जब तक उन्होंने कंडीशन खराब नहीं हुई। तो ये तुसी ध्यान रखो, जेडे लोग थोनू ये मिसगाइड करते हैं, झूठी इंफॉर्मेशन फैलाते हैं, जिवें ये बारे में थोनू दसना चाहूँगा। जिवें केस सीगा पटियाले का, वो नंबरदार ने की किया कि राजेंद्र हॉस्पिटल जो तो इंटरन अपने जेडे हैं ऑर्गन्स है वो कट रहे हैं,
ਲੇਕਿਨ ਜਦੋਂ ਉਹਦੀ ਇਨਕੁਆਇਰੀ ਕੀਤੀ ਤਾਂ ਪਤਾ ਚੱਲਾ ਉਹ ਜਿਹੜਾ ਨੰਬਰਦਾਰ ਸੀਗਾ ਉਹਦਾ ਰੀਅਲ ਭਰਾ ਸੀਗਾ, ਉਹਦੀ ਡੈਥ ਹੋ ਗਈ, ਉਹ ਡਿਪਰੈਸ਼ਨ में ਸੀਗਾ। तो वो इस करके वो झूठी अफवाह फैला रहा था। वो चाहता सीगा कि मैं ये सिस्टम खराब करूँ, ये पूरा माहौल खराब करूँ, इस करके और इस तरह की झूठी अफवाह फैला रही है। तो ये तुसी ध्यान रखो, इस तरह की झूठी अफवाह में ना फंसो, आप भी समझ लगाओ। जेड़े ये झूठे जेड़े ये गलत मैसेज आते हैं व्हाट्सएप पे, उन्होंने समझो कि तुसी क्यों फॉरवर्ड कर रहे हो, ਉਹਦਾ ਕੀ ਮੰਤਵ ਹੈ, ਕੀ ਪਰਪਸ ਹੈ। ਇਸ ਤਰ੍ਹਾਂ ਫॉरवर्ड ਨਾ ਕਰੋ ਜਿਹੜੇ ਗਲਤ ਮੈਸੇਜ ਆਉਂਦੇ हैं, क्योंकि ਇਹਦੇ ਲਈ ਜਿਹੜਾ ਸਾਡਾ इंटैलीजेंस सैल बनाया ਉਹਦੇ ਵਿੱਚ भी ਅਸੀਂ चेक कर रहे हैं। जेकर तुसी कल फड़े जाते हो तो वो थोड़े लिए प्रॉब्लम होगी, IT एक्ट में भी पर्चे हो सकते हैं ਉਹਦੇ ਲਈ। तो ये तुसी खास ध्यान देना है कि इस तरह की झूठी अफवाहें ना फैलाओ। एक और ये साडी प्लानिंग ਵਿੱਚ है, लेकिन ਅਸੀਂ प्लान कर रहे ਸੀਗੇ कि ਜਿਹੜੇ ਕਈ ਲੋਕਾਂ ਨੂੰ ਡਰ लगता है कि ਅਸੀਂ ਸੈਂਪਲ हॉस्पिटल नहीं करानी क्योंकि हॉस्पिटल में ਹੋਰ भी मरीज ਹੁੰਦੇ हैं। तो ਉਹਦੇ ਲਈ ਕੀ प्लान कर रहे हैं, कुछ ਅਸੀਂ कियोस्क लगाएंगे, कुछ स्पेशल पब्लिक प्लेसेस पे ਅਸੀਂ कोशिश करेंगे कि ਤੁਸੀਂ ਆਪਦਾ ਸੈਂਪਲ ਉੱਥੇ ਆ ਕੇ ਦੇ ਦਿਓ, ਤੁਹਾਨੂੰ ਹਸਪੀਟਲ ਵਿਜ਼ਿਟ ਕਰਨ ਦੀ ਲੋੜ ਨਹੀਂ ਪਏਗੀ। तो ये ਤੁਹਾਨੂੰ जल्द तो जल्दी ਅਸੀਂ ਦੱਸ ਦੇंगे ਕਿੱਥੇ ਲਾ ਰਹੇ हैं, ਕੀ ਕਰ ਰਹੇ हैं ਉਹਦੇ ਬਾਰੇ में। तो ਉਹ ਤੁਸੀਂ ਉਧਰ ਆ ਕੇ ਵੀ ਟੈਸਟ ਕਰਾ ਸਕਦੇ ਹੋ, ਜਿਹੜਾ ਜਿਨ੍ਹਾਂ ਦਾ ਹਸਪੀਟਲ ਜਾਣ ਦਾ ਡਰ ਹੈ ਉਹ ਵੀ ਦੂਰ ਹੋਊਗਾ। ਬਸ ਸਾਡੇ ਵੱਲੋਂ ਬਾਰ-ਬਾਰ ਆਹੀ ਬੇਨਤੀ ਕੀਤੀ ਜਾਂਦੀ ਕਿ ਜਿਹੜੀ ਸਰਕਾਰ ਦੀ ਗਾਈਡਲਾਈਨਸ ਹੈ ਉਹਨੂੰ ਤੁਸੀਂ ਫੋਲੋ ਕਰੋ, ਕੋਰੋਨਾ ਵਾਇਰਸ ਦੀ गाइडलाइंस को फॉलो करो। मेरे वाले इतना ही है। मैं सिविल सर्जन साहब को बेनती करूँगा, कुछ सवाल का जवाब देंगे, उसके बाद बस ਅਸੀਂ ਸੈਸ਼ਨ ਖਤਮ ਕਰਾਂਗੇ। ਇੱਕ ਹੋਰ ਸਵਾਲ ਜਿਹੜਾ ਹੁਣੇ ਆਇਆ ਸਾਡੇ ਕੋਲ ਰਾਜਵਿੰਦਰ ਸਿੰਘ ਕੋਲੋਂ ਕਿ ਜਿਹੜੇ ਲੋਕ ਵਿਦੇਸ਼ ਤੋਂ ਆਉਂਦੇ ਆ ਕੀ ਉਹ ਘਰਾਂ ਵਿੱਚ ਕੁਆਰੰਟਾਈਨ ਹੋ ਸਕਦੇ ਆ? ਯੈਸ, ਬਿਲਕੁਲ ਹੋ ਸਕਦੇ ਆ। ਜਿਹੜੇ ਸਾਡੇ ਨਿਵਾਸੀ ਜਿਹੜੇ ਹੈਗੇ ਆ NRIs ਜਾਂ ਜਿਹੜੇ ਇੱਧਰੋਂ ਜਾ ਕੇ ਆਪਣੇ ਬੱਚਿਆਂ ਨੂੰ ਮਿਲ ਕੇ ਜਾਂ ਕੋਈ ਉੱਧਰੋਂ ਆ ਰਹੇ ਆ ਵਾਪਸ, ਉਹ ਆਪਣੇ ਘਰਾਂ ਦੇ ਵਿੱਚ ਕੁਆਰੰਟਾਈਨ ਹੋ ਸਕਦੇ ਆ। ਹਾਂ, ਜੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਫਿਰ ਵੀ ਉਹਨਾਂ ਦਾ ਘਰ ਜਿਹੜਾ ਹੈਗਾ ਹੋਮ ਆਈਸੋਲੇਸ਼ਨ ਕਰਕੇ ਅਸੀਂ ਉਹਨੂੰ ਘਰ ਦੇ ਵਿੱਚ ਹੀ ਰੱਖ ਸਕਦੇ ਹਾਂ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਇੱਕ ਮੈਂ ਚੀਜ਼ ਬੜੀ ਕਲੀਅਰ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਕੇਸਿਸ ਪੋਜ਼ਿਟਿਵ ਆ ਰਹੇ ਆ ਉਹਨਾਂ ਨੂੰ ਇੱਕ ਵਾਰੀ ਅਸੀਂ ਇਨਵੈਸਟੀਗੇਸ਼ਨ ਕਰਾਉਣ ਵਾਸਤੇ ਜ਼ਰੂਰ ਐਡਵਾਈਸ ਕਰਦੇ ਹਾਂ ਕਿ ਇੱਕ ਵਾਰ ਆਪਣਾ ਟੈਸਟ ਕਰਵਾ ਲਓ ਤਾਂ ਕਿ ਸਾਨੂੰ ਇੱਕ ਬੇਸਲਾਈਨ ਪਤਾ ਲੱਗ ਜਾਵੇ ਕਿ ਜਿਸ ਦਿਨ ਤੁਹਾਡਾ ਟੈਸਟ ਪੋਜ਼ਿਟਿਵ ਆਇਆ ਸੀ ਉਸ ਦਿਨ ਤੁਹਾਡੇ ਬਲੱਡ ਕੈਮਿਸਟਰੀ ਦੇ ਕੀ ਸਿਚੁਏਸ਼ਨ ਸੀ, ਤੁਹਾਡੇ ਛਾਤੀ ਦੇ ਐਕਸਰੇ ਦੀ ਕੀ ਸਿਚੁਏਸ਼ਨ ਸੀ, ਤਾਂ ਕਿ ਜੇ ਕੱਲ੍ਹ ਨੂੰ ਕਿਸੇ ਮਰੀਜ਼ ਦੀ ਹਾਲਤ ਖਰਾਬ ਹੁੰਦੀ ਹੈ ਤਾਂ ਸਾਨੂੰ ਪਤਾ ਲੱਗੇ ਕਿ ਪਹਿਲਾਂ ਇਹਦੇ ਵਿੱਚ ਟੈਸਟ ਜਿਹੜੇ ਹੈਗੇ ਉਹਦੀ ਰਿਪੋਰਟ ਕੀ ਸੀ ਔਰ ਜਦੋਂ ਹਾਲਤ ਖਰਾਬ ਹੋਈ ਤਾਂ ਉਸ ਤੋਂ ਬਾਅਦ ਉਹਦੇ ਬੋਡੀ ਜਿਹੜੇ ਹੈਗੇ ਕੀ ਚੇਂਜਸ ਆ ਰਹੀਆਂ ਔਰ ਕੀ ਉਹਦੇ ਇਫੈਕਟਸ ਹੋ ਰਹੇ ਹਨ ਬਿਮਾਰੀ ਦੇ। ਇੱਕ ਵਾਰ ਫਿਰ ਤੋਂ ਮੈਂ ਆਪਣੇ ਸਾਰੇ ਪਰਿਵਾਰ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਬੁਖਾਰ ਜਾਂ ਖਾਂਸੀ ਜ਼ੁਕਾਮ ਹੋਣ ਦੀ ਹਾਲਤ ਵਿੱਚ ਘਰ ਨਾ ਬੈਠੇ ਰਹੋ, ਆਪਣਾ ਇਮੀਡੀਏਟਲੀ ਟੈਸਟ ਕਰਵਾਓ। ਪੋਜ਼ਿਟਿਵ ਆਉਣ ਦੀ ਸੂਰਤ ਵਿੱਚ ਅਸੀਂ ਤੁਹਾਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਨਹੀਂ ਲੈ ਕੇ ਆਵਾਂਗੇ, ਘਰ ਵਿੱਚ ਹੋਮ ਆਈਸੋਲੇਟ ਕਰਕੇ ਤੁਹਾਡਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਚੱਲਦਾ ਰਹੇਗਾ। ਘਰ ਦੇ ਵਿੱਚ ਬੈਠ ਕੇ ਤੁਸੀਂ ਆਪਣੀ ਸਿਹਤ ਜਿਹੜੀ ਹੈਗੀ ਹੈ ਉਸ ਨੂੰ ਆਪ ਮੋਨੀਟਰ ਕਰੋ, ਆਪਣੀ ਹਾਲਤ ਨੂੰ ਆਪ ਮੋਨੀਟਰ ਕਰੋ ਔਰ ਕੋਈ ਵੀ ਪ੍ਰੋਬਲਮ ਆਉਣ ਦੀ ਸੂਰਤ ਵਿੱਚ ਇਮੀਡੀਏਟਲੀ ਸਾਡੇ ਕੰਟਰੋਲ ਰੂਮ 'ਤੇ ਟੈਲੀਫੋਨ ਕਰੋ। ਸਾਡੀ ਟੀਮ ਜਿਹੜੀ ਹੈਗੀ ਹੈ ਇਮੀਡੀਏਟਲੀ ਤੁਹਾਡੇ ਘਰ ਪਹੁੰਚ ਕੇ ਤੁਹਾਨੂੰ ਜੇ ਜ਼ਰੂਰਤ ਅਨੁਸਾਰ ਜੇ ਘਰ ਟ੍ਰੀਟਮੈਂਟ ਹੋ ਸਕਦਾ ਹੋਵੇ ਤਾਂ ਉਹ ਹੋਏਗਾ ਔਰ ਜੇ ਹਸਪਤਾਲ ਲਿਆਉਣ ਦੀ ਲੋੜ ਹੋਏਗੀ ਤਾਂ ਤੁਹਾਨੂੰ ਐਂਬੂਲੈਂਸ ਦੇ ਵਿੱਚ ਇਮੀਡੀਏਟਲੀ ਹਸਪਤਾਲ ਦੇ ਸ਼ਿਫਟ ਕੀਤਾ ਜਾਏਗਾ, ਜਿੱਥੇ ਕਿ ਤੁਹਾਡਾ ਟ੍ਰੀਟਮੈਂਟ ਜਿਹੜਾ ਹੈਗਾ ਐਜ਼ ਪਰ ਗਾਈਡਲਾਈਨ ਐਜ਼ ਪਰ ਰਿਕੁਆਇਰਮੈਂਟ ਕੀਤਾ ਜਾਏਗਾ। ਆਪਣੀ ਸਿਹਤ ਦਾ ਆਪ ਖਿਆਲ ਰੱਖੋ, ਮਾਸਕ ਲਾ ਕੇ ਘਰੋਂ ਬਾਹਰ ਨਿਕਲੋ, ਹੱਥਾਂ ਨੂੰ ਬਾਰ-ਬਾਰ ਧੋਂਦੇ ਰਹੋ ਔਰ ਡਿਸਟੈਂਸਿੰਗ ਜਿਹੜੀ ਹੈਗੀ ਹੈ ਜਿਵੇਂ ਕਿ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਘੱਟੋ ਘੱਟ 6 ਫੁੱਟ ਦੀ ਡਿਸਟੈਂਸਿੰਗ ਜਿਹੜੀ ਹੈਗੀ ਹੈ ਉਹਨੂੰ ਬਣਾ ਕੇ ਰੱਖੋ। ਤੰਦਰੁਸਤ ਰਹੋ, ਸਿਹਤਮੰਦ ਰਹੋ।